ਪਾਰਟ ਨੰਬਰ 4 ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਅਗਰ ਤੁਸੀਂ ਐਕਸੀਡੈਂਟ ਕੀਤਾ ਆ, ਐਕਸੀਡੈਂਟ ਕਰਨ ਤੋਂ ਬਾਅਦ ਤੁਹਾਡੇ ਤੇ ਦੋ ਕਿਸਮ ਦੀ ਧਾਰਾ ਲੱਗ ਸਕਦੀਆਂ ਨੇ, ਚੀਵੀਲੇ ਜਾਂ ਪਿਨਾਲੇ। ਧਿਆਨ ਨਾਲ, ਚੀਵੀਲੇ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸਿਰਫ ਅਗਲੀ ਗੱਡੀ ਨੂੰ ਥੋੜਾ ਜਿਹਾ ਨੁਕਸਾਨ ਕੀਤਾ ਹੈ ਜਾਂ ਗੱਡੀ ਤੋੜਤੀ ਆ, ਲੇਕਿਨ ਕਿਸੇ ਬੰਦੇ ਨੂੰ ਨੁਕਸਾਨ ਨਹੀਂ ਕੀਤਾ। ਧਿਆਨ ਨਾਲ, ਦੋ ਬੰਦੇ ਇਕੱਠੇ ਘਰੋਂ ਨਿਕਲੇ ਨੇ, ਇੱਕ ਨੇ ਕਿਸੇ 'ਚ ਗੱਡੀ ਮਾਰੀ ਹੈ, ਸਿਰਫ ਗੱਡੀ ਹੀ ਟੁੱਟੀ ਆ, ਗੱਡੀ ਨੂੰ ਨੁਕਸਾਨ ਹੋਇਆ ਏ, ਕਿਸੇ ਨੂੰ ਫਿਜ਼ੀਕਲੀ ਆਪਾਂ ਨੁਕਸਾਨ ਨਹੀਂ ਕੀਤਾ। ਦੂਜੀ ਸਾਈਡ ਹੈ ਪਿਨਾਲੇ। ਪਿਨਾਲੇ ਵਿੱਚ ਕਿ ਤੁਸੀਂ ਐਕਸੀਡੈਂਟ ਜਦ ਕੀਤਾ ਹੈ, ਅਗਲੇ ਦੀ ਲੱਤ ਬਾਂਹ ਤੋੜਤੀ ਆ ਜਾਂ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿ ਉਹਨੂੰ ਪ੍ਰੋਂਤੋ ਸਕੋਰਸੋ ਲੈ ਕੇ ਜਾਣਾ ਪੈ ਗਿਆ, ਉਹਨੂੰ ਕਹਿੰਦੇ ਨੇ ਪਿਨਾਲੇ। ਸੇ ਦੋ ਨੇ, ਇੱਕ ਪਿਨਾਲੇ ਹੈ, ਇੱਕ ਚਵੀਲੇ ਆ। ਉੱਥੇ ਪਿਨਾਲੇ ਮਤਲਬ ਹੁੰਦਾ ਆ ਤੁਹਾਨੂੰ ਕਿਸੇ ਕਿਸਮ ਦਾ ਤੁਸੀਂ ਕੋਈ ਜੁਰਮ ਕੀਤਾ ਹੈ, ਪੈਨਲ ਕੋਡ ਤੋੜਿਆ ਹੈ, ਜਿਸ ਨਾਲ ਤੁਹਾਨੂੰ ਉੱਥੇ ਨੁਕਸਾਨ ਹੋ ਸਕਦਾ ਹੈ, ਤੁਹਾਨੂੰ ਜੇਲ੍ਹ ਵੀ ਹੋ ਸਕਦੀ, ਤੁਹਾਡਾ ਲਾਇਸੈਂਸ ਵੀ ਕੀ ਕਰ ਸਕਦੇ ਨੇ, ਉਹ ਆਪਾਂ ਇਸ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ। ਸਰ ਮੈਂ ਪਹਿਲਾਂ ਦੱਸਦਾ ਚੀਵੀਲੇ, ਰਿਸਪੌਂਸਾਬਿਲਿਟà ਚੀਵੀਲੇ ਦਾ ਮਤਲਬ ਕੀ ਹੁੰਦਾ ਆ। ਰਿਸਪੌਂਸਾਬਿਲਿਟà ਚੀਵੀਲੇ ਹੋਣ ਤੇ ਇਹ ਕਿਸ ਤੇ ਲੱਗਦੀ ਹੈ ਤੇ ਕਿਸ ਤੇ ਨਹੀਂ ਲੱਗਦੀ, ਜਾਂ ਪਿਨਾਲੇ ਕਿਸ ਤੇ ਲੱਗਦੀ ਹੈ। ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਹਮੇਸ਼ਾ ਦਿਆ ਕਰਾਂਗਾ। ਮੈਂ ਵਾਂ ਗੱਡੀ ਦਾ ਮਾਲਕ, ਮੇਰੇ ਕੋਲ ਗੱਡੀ ਹੈ, ਮਤਲਬ ਮੇਰੇ ਕੋਲ ਫਰਗੋਨਾ ਜਾਂ ਨੋਰਮਲ ਗੱਡੀ ਆ। ਮੈਂ ਆਪਣੇ ਡਰਾਈਵਰ ਨੂੰ ਸਮਾਨ ਦੇਣ ਵਾਸਤੇ ਭੇਜਿਆ ਵੀ ਉਸ ਪਿੰਡ ਵਿੱਚ ਸੌਦਾ ਜਾਂ ਸਮਾਨ ਵੇਚ ਕੇ ਆ। ਗੱਡੀ ਮੇਰੀ ਹੈ, ਚਲਾ ਮੇਰਾ ਡਰਾਈਵਰ ਰਿਹਾ ਏ। ਸੋ ਜਿਸ ਦੀ ਗੱਡੀ ਹੈ ਉਸ ਨੂੰ ਕਹਿੰਦੇ ਨੇ ਪ੍ਰੋਪਰੀਟਾਰੀਓ, ਜੋ ਗੱਡੀ ਨੂੰ ਚਲਾ ਰਿਹਾ ਉਸ ਨੂੰ ਕਹਿੰਦੇ ਨੇ ਕੋਂਦੂਚੈਂਤੇ। ਸੋ ਚਵੀਲੇ ਜਿਹੜੀ ਹੁੰਦੀ ਹੈ, ਇਹਨਾਂ ਦੋਨਾਂ ਉੱਪਰੋਂ ਕਿਸੇ ਇੱਕ ਤੇ ਲੱਗ ਸਕਦੀ, ਜਾਂ ਤੇ ਮਾਲਕ ਤੇ ਲੱਗੇਗੀ ਜਾਂ ਡਰਾਈਵਰ ਤੇ ਲੱਗੇਗੀ। ਮੈਂ ਦੱਸਦਾ, ਜੇ ਡਰਾਈਵਰ ਕਵੇ ਵੀ ਮੈਂ ਤਾਂ ਕੰਮ ਤੇ ਸੀਗਾ, ਮੇਰੀ ਕੀ ਗਲਤੀ ਆ, ਮੈਂ ਕੰਮ ਦੇ ਦੌਰਾਨ ਕੰਮ ਕਰ ਰਿਹਾ, ਫਿਰ ਉਸ ਚਵੀਲੇ ਜਿਹੜੀ ਆ ਉਹ ਮਾਲਕ ਤੇ ਲੱਗ ਜਾਏਗੀ। ਮਾਲਕ ਤੇ ਵੀ ਲੱਗ ਸਕਦੀ ਹੈ ਤੇ ਡਰਾਈਵਰ ਤੇ ਵੀ ਲੱਗ ਸਕਦੀ ਹੈ, ਜਿਹੜਾ ਤੁਸੀਂ ਨੁਕਸਾਨ ਭਰਨਾ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਜਿੱਦਾਂ ਹੁਣ ਮੈਂ ਆਪਣਾ ਡਰਾਈਵਰ ਰੱਖਿਆ ਆ ਕੰਮ ਤੇ, ਉਹ ਮੇਰੇ ਲਈ ਪਬਲਿਸਿਟੀ ਦਾ ਕੰਮ ਕਰਦਾ ਆ, ਲੇਕਿਨ ਮੈਂ ਉਹਨੂੰ ਪਹਿਲੇ ਕਿਹਾ ਸੀਗਾ ਵੀ ਜਿੰਨਾ ਵੀ ਤੂੰ ਗੱਡੀ ਮੇਰੀ ਨਾਲ ਨੁਕਸਾਨ ਕਰੇਗਾ ਇਹ ਭਰਪਾਈ ਤੂੰ ਖੁਦ ਕਰੇਗਾ, ਕੰਟਰੈਕਟ ਤੋਂ ਉੱਪਰ ਮੈਂ ਨਹੀਂ ਲਿਖਣਾ ਹੈਗਾ। ਮਤਲਬ ਮੇਰਾ ਡਰਾਈਵਰ ਜਦ ਰੋਡ ਉੱਪਰ ਗੱਡੀ ਚਲਾਉਂਦਾ ਹੈ, ਉਸ ਦੁਆਰਾ ਜਿੰਨੇ ਵੀ ਮੂਲ ਤੇ ਆਣਗੇ, ਉਸਨੇ ਜਿੰਦੇ ਵਿੱਚ ਵੀ ਗੱਡੀ ਮਾਰੀ, ਇਹ ਡਰਾਈਵਰ ਦੀ ਜ਼ਿੰਮੇਵਾਰੀ ਆ। ਸੋ ਇਹ ਕੋਂਦੂਚੈਂਤੇ ਤੇ ਵੀ ਲੱਗ ਸਕਦੀ ਆ। ਲੇਕਿਨ ਕੁਝ ਐਸੀ ਕੰਪਨੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਨਹੀਂ, ਨੁਕਸਾਨ ਮੂਲ ਤੇ ਡਰਾਈਵਰ ਦੇ ਸਾਰੇ ਕੰਪਨੀ ਭਰੇਗੀ, ਕਿਉਂਕਿ ਕੰਪਨੀ ਨੂੰ ਪਤਾ ਡਰਾਈਵਰ ਆਪਣੀ ਜ਼ਿੰਮੇਵਾਰੀ ਕਰ ਰਿਹਾ ਹੈ ਜਾਂ ਰੋਡ ਤੇ ਕੰਮ ਕਰ ਰਿਹਾ ਉੱਥੇ। ਸੋ ਚਵੀਲੇ ਇਹਨਾਂ ਦੋਨਾਂ ਤੋਂ ਕਿਸੇ ਤੇ ਵੀ ਲੱਗ ਸਕਦੀ ਹੈ, ਡਰਾਈਵਰ ਤੇ ਵੀ ਤੇ ਮਾਲਕ ਤੇ ਵੀ। ਜਦੋਂ ਚਵੀਲੇ ਲੱਗੇ, ਧਿਆਨ ਨਾਲ, ਤੁਸੀਂ ਕਿਹੜੀ ਚੀਜ਼ ਕਰ ਸਕਦੇ ਹੋ ਕਿ ਆਪਾਂ ਉਸ ਤੋਂ ਬਚ ਸਕੀਏ। ਚਵੀਲੇ ਮਤਲਬ ਹੁੰਦਾ ਮੈਂ ਤੇ ਦੂਸਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਆ, ਉਹ ਬੰਦਾ ਮੈਨੂੰ ਜਾਣਦਾ ਸੀਗਾ, ਜਿੰਦੇ ਵਿੱਚ ਗੱਡੀ ਵੱਜੀ ਆ ਉਹ ਬੰਦਾ ਮੈਨੂੰ ਜਾਣਦਾ ਸੀਗਾ, ਜਾਂ ਕਹਿ ਲਓ ਉਹ ਇੱਕ ਕਹਿੰਦਾ ਚੱਲ ਯਾਰ ਕੋਈ ਨਹੀਂ, ਆਪਾਂ ਜ਼ਰੂਰੀ ਪੁਲਿਸ ਸੱਦਣੀ ਆ, ਆਪਾਂ ਆਪਸ ਵਿੱਚ ਸਮਝੌਤਾ ਕਰ ਲੈਂਦੇ ਆ। ਕਦੀ ਸੁਣਿਆ ਇਟਲੀ ਵਿੱਚ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਗੱਡੀ ਦਾ, ਬਗੈਰ ਪੁਲਿਸ ਆਏ ਵੀ ਤੁਸੀਂ ਉਸ ਨੂੰ ਹੱਲ ਕਰ ਸਕਦੇ ਹੋ। ਜਦੋਂ ਦੋ ਡਰਾਈਵਰ ਆਪਸ ਵਿੱਚ ਸਮਝੌਤਾ ਕਰ ਲੈਣ, ਉਹਨੂੰ ਕਹਿੰਦੇ ਨੇ ਅਕੋਰਦਾਰਸੀ। ਜਦ ਮਲਕੀਤ ਸਿੰਘ ਨੀਟਾ ਤੇ ਕੋਈ ਇਟਾਲੀਅਨ ਦਾ ਐਕਸੀਡੈਂਟ ਹੋ ਗਿਆ, ਅਸੀਂ ਆਪਸ ਵਿੱਚ ਦੋਨਾਂ ਨੇ ਕਿਹਾ ਵੀ ਚੱਲ ਯਾਰ ਤੇਰਾ ਵੀ ਕਸੂਰ ਸੀ, ਮੇਰਾ ਵੀ ਕਸੂਰ ਸੀ, ਲਿਆ ਸਾਈਨ ਕਰੀਏ, ਤੈਨੂੰ ਕਲੇਮ ਮੇਰੀ ਕੰਪਨੀ ਦੇ ਦੇਗੀ। ਬਿਨਾਂ ਪੁਲਿਸ ਸੱਦੇ ਆਪਾਂ ਆਪਸ ਵਿੱਚ ਸਮਝੌਤਾ ਕਰ ਸਕਦੇ ਹਾਂ, ਉਹ ਚਵੀਲੇ ਹੁੰਦੀ ਆ। ਮੀ ਲਿਬero col risarcimento, ਮੈਂ ਯਾਨੀ ਕਿ ਜੇ ਮੈਂ ਕਿਸੇ 'ਚ ਗੱਡੀ ਮਾਰੀ ਆ, ਮੈਂ ਉਦੋਂ ਫ੍ਰੀ ਹੋਵਾਂਗਾ ਜਦ ਉਸ ਨੂੰ ਪੂਰੇ ਦਾ ਪੂਰਾ ਹਰਜਾਨਾ ਮਿਲੇਗਾ, ਉਸ ਨੂੰ ਪੂਰੇ ਦਾ ਪੂਰੀ ਭਰਪਾਈ ਹੋਏਗੀ, ਜਿਸ ਨੂੰ ਕਹਿੰਦੇ ਨੇ ਰਿਸਰਚੀਮੈਂਟੋ। ਰਿਸਰਚੀਮੈਂਟੋ ਦਾ ਮਤਲਬ ਹੁੰਦਾ ਮੁਆਵਜ਼ਾ ਦੇਣਾ। ਨੀਟੇ ਨੇ, ਮੈਂ ਕਿਸੇ ਇਟਾਲੀਅਨ ਵਿੱਚ ਗੱਡੀ ਮਾਰਤੀ ਆ, ਮੈਂ ਚਵੀਲੇ ਤੋਂ ਉਦੋਂ ਫ੍ਰੀ ਹੋਵਾਂਗਾ ਜਦ ਉਹਨੂੰ ਉਹਦੇ ਕੀਤੇ ਹੋਏ ਨੁਕਸਾਨ ਦਾ ਕੰਪਨੀ ਰਿਸਰਚੀਮੈਂਟੋ ਯਾਨੀ ਕਿ ਮੁਆਵਜ਼ਾ ਦੇ ਦੇਗੀ ਉੱਥੇ। ਨੰਬਰ 3 ਹੈ ਰਿਸਰਚੀਰੇ ਜਾਂ ਰਿਸਰਚੀਮੈਂਟੋ। ਦੋਨੋਂ ਦਾ ਮਤਲਬ ਹੈ ਮੁਆਵਜ਼ਾ ਦੇਣਾ ਹੀ ਪੈਣਾ ਆ। ਉਹ ਕੰਪਨੀ ਦੇਵੇ,
ਉਹ ਤੁਸੀਂ ਦੇਵੋ। ਇਹ ਡਿਪੈਂਡ ਕਰਦਾ ਹੈ ਤੁਸੀਂ ਕੰਪਨੀ ਨੂੰ ਬਗੈਰ, ਅੱਛਾ ਇਹ ਮੈਂ ਗੱਲ ਇੱਥੇ ਦੱਸ ਦੇਣੀ ਚਾਹੁੰਦਾ ਵਾਂ ਕਿਉਂਕਿ ਆਪਣੇ ਕੰਮ ਆਏਗੀ ਗੱਲ। ਜਦ ਤੁਹਾਡਾ ਨੁਕਸਾਨ ਕੋਈ 200-400 ਯੂਰੋ ਦਾ ਆ, ਧਿਆਨ ਨਾਲ ਇਹ ਗੱਲ ਮੇਰੀ ਜ਼ਰੂਰ ਸ਼ੇਅਰ ਕਰਿਓ ਉਹਨਾਂ ਨਾਲ ਜਿਹੜੇ ਜਿਨ੍ਹਾਂ ਕੋਲ ਪਤੈਂਤੇ ਹੈਗਾ ਆ ਤੇ ਉਹ ਕਈ ਵਾਰੀ ਡਰ ਜਾਂਦੇ ਨੇ ਵੀ ਕੀ ਕਰੀਏ। ਇਹ ਸਲਾਹ ਹੈ ਮੇਰੇ ਵੱਲੋਂ, ਜੇ ਤੁਹਾਡਾ ਨੁਕਸਾਨ ਥੋੜੇ ਪੈਸਿਆਂ ਦਾ ਯਾਨੀ ਕਿ ਕੋਈ 200-400 ਯੂਰੋ ਦਾ ਆ, ਫਿਰ ਤੁਸੀਂ ਆਪਣੀ ਜੇਬ 'ਚੋਂ ਆਪ ਹੀ ਪੈਸੇ ਦੇ ਦਿਓ, ਭਰਾ ਆਪਣੀ ਗੱਡੀ ਆਪ ਸਹੀ ਕਰਾ ਲਾ। ਕਿਉਂਕਿ ਜੇ ਉਹ ਕੇਸ ਲੈ ਕੇ ਉਹ ਜਿਹੜੀ ਆਪਾਂ ਐਕਸੀਡੈਂਟ ਦੀ ਰਿਪੋਰਟ ਤਿਆਰ ਕਰਦੇ ਆ, ਉਹ ਲੈ ਕੇ ਜੇ ਇੰਸ਼ੋਰੈਂਸ ਕੰਪਨੀ ਮੇਰੀ ਕੋਲ ਆਂਦਾ ਹੈ, ਹੋ ਸਕਦਾ ਹੈ 200-250 ਜਾਂ 400 ਯੂਰੋ ਕਰਕੇ ਕੰਪਨੀ ਮੇਰੀ ਕਲਾਸ ਘਟਾ ਦੇ। ਜੇ ਮੈਂ 10 ਤੇ ਸੀਗਾ ਉਹ 2 ਘਟ ਕੇ ਮੈਨੂੰ 12 ਤੇ ਲੈ ਆਏ। ਹੋ ਸਕਦਾ ਹੈ 100-150 ਯੂਰੋ ਕਰਕੇ 200 ਯੂਰੋ ਕਰਕੇ ਮੇਰੀ ਕੰਪਨੀ ਜਿੱਥੇ ਮੈਂ ਸਾਲ ਦੀ 1000 ਯੂਰੋ ਤਾਰਦਾ ਵਾਂ ਉਹ ਚੁੱਕ ਕੇ 1200 ਯੂਰੋ ਕਰ ਦੇ। ਉਹ 1200 ਦੁਬਾਰਾ 2-3 ਸਾਲ ਬਾਅਦ ਫਿਰ ਇੰਸ਼ੋਰੈਂਸ ਤੁਹਾਡੀ ਘਟੇਗੀ। ਸੋ ਮੁਆਵਜ਼ਾ ਜੇ ਵੱਡੀ ਰਕਮ ਦਾ ਹੈ ਫਿਰ ਤੁਸੀਂ ਉਹਨੂੰ ਕਹੋ ਵੀ ਲੈ ਫਿਰ ਇੰਸ਼ੋਰੈਂਸ ਕੋ ਲੈ ਜਾ ਆਪਣੀ ਕੋ। ਜੇ 200-400-500 ਦੀ ਗੱਲ ਹੈ, ਥੋੜੀ ਰਕਮ ਦੀ ਗੱਲ ਹੈ, ਫਿਰ ਤੁਸੀਂ ਆਪਣੀ ਜੇਬ 'ਚੋਂ ਆਪ ਹੀ ਪੈਸੇ ਦੇ ਕੇ ਗੱਲ ਉੱਥੇ ਖਤਮ ਕਰ ਦਿਓ। ਇਹ ਇਟਲੀ ਦਾ ਕਾਨੂੰਨ ਕਹਿੰਦਾ ਹੈ। ਦੂਜੀ ਗੱਲ, ਮੈਂ ਕਸੂਰਵਾਰ ਹਾਂ, ਮੇਰੇ ਤੇ ਚਵੀਲੇ ਲੱਗੀ ਆ, ਮੈਨੂੰ ਮੇਰੀ ਆਪਣੀ ਗੱਡੀ ਆਪ ਹੀ ਠੀਕ ਕਰਵਾਉਣੀ ਪੈਣੀ। ਮੈਨੂੰ ਮੇਰੀ ਇੰਸ਼ੋਰੈਂਸ ਕੰਪਨੀ ਨਹੀਂ ਠੀਕ ਕਰਵਾ ਕੇ ਦੇਗੀ। ਉੱਥੇ ਮੇਰਾ ਤੇ ਕਿਸੇ ਇਟਾਲੀਅਨ ਦਾ ਐਕਸੀਡੈਂਟ ਹੋ ਗਿਆ, ਮੰਨ ਲਓ ਮੇਰਾ ਕਸੂਰ ਸੀਗਾ, ਉਹਦੀ ਗੱਡੀ ਨੂੰ ਤਾਂ ਮੇਰੀ ਕੰਪਨੀ ਨੇ ਠੀਕ ਕਰਵਾ ਕੇ ਦੇਣਾ ਮਾਸੀ ਮਾਲੇ ਵਿੱਚੋਂ ਪੈਸੇ ਚੱਕ ਕੇ। ਮੈਨੂੰ ਆਪਣੀ ਗੱਡੀ ਆਪ ਹੀ ਸਹੀ ਕਰਵਾਉਣੀ ਪੈਣੀ ਆ। ਸੋ può riparare proprio veicolo, ਮੈਂ ਆਪਣੀ ਗੱਡੀ ਆਪ ਰਿਪੇਅਰ ਕਰਵਾ ਸਕਦਾ ਹਾਂ ਤੇ ਮੈਨੂੰ ਆਪ ਹੀ ਕਰਵਾਉਣੀ ਪੈਣੀ ਆ ਜੇ ਮੇਰਾ ਕਸੂਰ ਆ, ਜੇ ਮੇਰੇ ਤੇ ਚਵੀਲੇ ਲੱਗੀ ਆ। ਉੱਥੇ ਲਾਸਟ ਵਿੱਚ ਬਸਦਾ ਹੈ ਕੰਸੂਲੈਂਤੇ। ਕੰਸੂਲੈਂਤੇ ਦਾ ਮਤਲਬ ਕੀ ਆ? ਤੁਸੀਂ ਹੁਣ ਪਤੈਂਤੇ ਕਰ ਰਹੇ ਹੋ ਮੇਰੇ ਕੋਲੋਂ, ਤੁਹਾਨੂੰ ਲਗਭਗ ਸਾਰੇ ਕਾਨੂੰਨਾਂ ਦਾ ਪਤਾ ਹੈ, ਦਾਰੇ ਪ੍ਰੈਸੀਡੈਂਸਾ, ਸਟੋਪ ਲਾਈਟਾਂ ਸਾਰੇ ਤਕਰੀਬਨ। 10 ਸਾਲ ਬਾਅਦ ਤੁਸੀਂ ਇਹ ਰੂਲ ਹੌਲੀ ਹੌਲੀ ਭੁੱਲਣੇ ਸ਼ੁਰੂ ਹੋ ਜਾਣੇ ਨੇ। ਜਾਂ ਕਹਿ ਲਓ ਤੁਹਾਨੂੰ ਰੋਡ ਵਿੱਚ ਤੁਹਾਡਾ ਕਿਸੇ ਨਾਲ ਐਕਸੀਡੈਂਟ ਹੋ ਗਿਆ, ਤੁਹਾਨੂੰ ਲੱਗਦਾ ਹੈ ਵੀ ਉਹ ਗਲਤ ਆ, ਉਹਨੂੰ ਲੱਗਦਾ ਤੁਸੀਂ ਗਲਤ ਹੋ। ਜੇ ਤਾਂ ਨੰਬਰ 1 ਪੁਆਇੰਟ ਤੁਹਾਡਾ ਆਪਸੀ ਸਮਝੌਤਾ ਨਹੀਂ ਹੁੰਦਾ, ਜੇ ਤੁਹਾਡਾ ਆਪਸੀ ਸਮਝੌਤਾ ਨਹੀਂ ਹੁੰਦਾ, ਫਿਰ ਤੁਸੀਂ ਕੰਸੂਲੈਂਤੇ ਦਾ ਮਤਲਬ ਹੁੰਦਾ ਹੈ ਇੰਸ਼ੋਰੈਂਸ ਕੰਪਨੀ ਦੁਆਰਾ ਭੇਜਿਆ ਹੋਇਆ ਇੱਕ, ਮੈਂ ਕਹਿ ਦੇਣਾ ਵਕੀਲ, ਜਿਹੜਾ ਤੁਹਾਡੀ ਮਦਦ ਕਰੇਗਾ ਇਸ ਕੇਸ ਨੂੰ ਸੋਲਵ ਕਰਨ ਵਿੱਚ। ਮੈਂ ਫੋਨ ਲਾਇਆ ਵੀ ਮੇਰੀ ਗੱਲ ਸੁਣੋ, ਮੇਰਾ ਐਕਸੀਡੈਂਟ ਹੋ ਗਿਆ, ਮੈਨੂੰ ਸਮਝ ਨਹੀਂ ਆ ਰਹੀ ਵੀ ਪਤਾ ਨਹੀਂ ਖਰੇ ਕਸੂਰ ਮੇਰਾ ਹੈ, ਪਤਾ ਨਹੀਂ ਹੁੰਦਾ ਆ। ਮੇਰੀ ਕੰਪਨੀ ਦਾ ਕੰਸੂਲੈਂਤੇ ਦੀ ਇਨਫੋਰਟੂਨਿਸਟਿਕਾ ਸਟਰਾਦਾਲੇ ਤੇ ਉਸ ਦੀ ਕੰਪਨੀ ਦਾ ਵੀ ਜੋ ਕੰਸੂਲੈਂਤੇ ਉਹ ਆਪਸ ਵਿੱਚ ਗੱਲਬਾਤ ਕਰਨਗੇ, ਆਪਸ ਵਿੱਚ ਮਿਲਣਗੇ, ਕਿਉਂਕਿ ਆਪਾਂ ਵਕੀਲ ਨਹੀਂ ਹੈਗੇ, ਆਪਾਂ ਡਰਾਈਵਰ ਆ। ਫਿਰ ਉਸ ਤੋਂ ਬਾਅਦ ਫਾਈਨਲ ਡਿਸੀਜਨ ਨਿਕਲੇਗਾ, ਹਾਂ ਵੀ ਕਸੂਰ ਨੀਟੇ ਤੇਰਾ ਸੀਗਾ ਜਾਂ ਕਸੂਰ ਉਸੇ ਇਟਾਲੀਅਨ ਦਾ ਸੀਗਾ। ਸੋ ਲਾਸਟ ਵਿੱਚ ਬਚਦਾ ਹੈ ਕੰਸੂਲੈਂਤੇ, ਜੋ ਤੁਹਾਡੀ ਮਦਦ ਕਰੇਗਾ ਇਸ ਪੂਰੇ ਕੇਸ ਨੂੰ ਸੋਲਵ ਕਰਨ ਵਿੱਚ। ਸੋ ਚਵੀਲੇ ਦੇਖਣ ਤੋਂ ਬਾਅਦ ਆਪਾਂ ਹੁਣ ਚੱਲਦੇ ਹਾਂ ਪੈਨਾਲੇ ਵਾਲੇ ਪਾਸੇ। ਪੈਨਾਲੇ ਪਹਿਲੀ ਗੱਲ ਤੇ ਹੁੰਦਾ ਕੀ ਹੈ? ਪੈਨਾਲੇ ਮਤਲਬ ਤੁਹਾਡੇ ਤੇ ਕੀਤੇ ਹੋਏ ਜੁਰਮ ਦੇ ਵਾਸਤੇ ਜੋ ਧਾਰਾ ਲਗਾਈ ਜਾਂਦੀ ਹੈ ਉਸ ਨੂੰ ਕਹਿੰਦੇ ਨੇ ਪੈਨਾਲੇ। ਲਾਇਸੈਂਸ ਵਿੱਚ ਤੁਹਾਨੂੰ ਕੁਝ 3-4 ਤਰੀਕੇ ਦੀ ਪੈਨਾਲੇ ਇਹਦੇ ਉੱਪਰ ਸਵਾਲ ਪੁੱਛੇ ਜਾਣਗੇ। ਜਿਹੜੀ ਪੈਨਾਲੇ ਹੁੰਦੀ ਆ ਇਹ ਸਿਰਫ ਡਰਾਈਵਰ ਤੇ ਲੱਗਦੀ ਆ। ਜਿਵੇਂ ਚਵੀਲੇ ਦੇਖੀ ਸੀਗੀ, ਇਹ ਡਰਾਈਵਰ ਤੇ ਵੀ ਲੱਗ ਸਕਦੀ ਸੀਗੀ ਤੇ ਮਾਲਕ ਤੇ ਵੀ, ਲੇਕਿਨ ਜਿਹੜੀ ਪੈਨਾਲੇ ਹੁੰਦੀ ਆ, ਪੈਨਾਲੇ ਸਿਰਫ ਡਰਾਈਵਰ ਤੇ ਲੱਗਦੀ ਆ। ਮੈਂ ਐਗਜ਼ਾਮਪਲ ਦੇਣਾ, ਮੇਰਾ ਡਰਾਈਵਰ ਗੱਡੀ ਲੈ ਕੇ ਜਾ ਰਿਹਾ ਆ, ਉਸ ਨੇ ਉਸ ਗੱਡੀ ਨਾਲ ਕਿਸੇ ਨੂੰ ਥੱਲੇ ਦੇ ਕੇ ਉਹਦੀ ਲੱਤ ਬਾਂਹ ਤੋੜਤੀ ਆ ਜਾਂ ਉਹਨੂੰ ਮਾਰ ਦਿੱਤਾ ਆ, ਉਹ ਫਿਰ ਮਾਲਕ ਨੂੰ ਨਹੀਂ ਕੁਝ ਕਹਿਣਗੇ। ਜੇ ਪੈਨਾਲੇ ਹੈ ਤੇ ਸਜ਼ਾ ਸਿਰਫ ਡਰਾਈਵਰ ਨੂੰ ਹੋਏਗੀ, ਮਾਲਕ ਨੂੰ ਨਹੀਂ ਹੁੰਦੀ ਹੈਗੀ। ਲੇਕਿਨ ਜੋ ਚਵੀਲੇ ਆ ਫਿਰ ਉਹ ਦੋਨਾਂ ਨੂੰ ਹੋ ਸਕਦੀ ਹੈ, ਯਾਨੀ ਕਿ ਮਾਲਕ ਵੀ ਹਰਜਾਨਾ ਭਰ ਸਕਦਾ ਹੈ ਤੇ ਡਰਾਈਵਰ ਵੀ। ਲੇਕਿਨ ਜਿਹੜੀ ਪੈਨਾਲੇ ਹੁੰਦੀ ਉਹ ਸਿਰਫ ਡਰਾਈਵਰ ਵਾਸਤੇ ਲਾਗੂ ਕੀਤੀ ਜਾਂਦੀ ਆ। ਪੁਆਇੰਟ ਨੰਬਰ 1, ਪੈਨਾਲੇ ਲੱਗਣ ਦਾ ਕਾਰਨ ਕੀ ਆ? ਜਦ ਤੁਸੀਂ ਤੁਹਾਡੇ ਐਕਸੀਡੈਂਟ ਦੀ ਵਜ੍ਹਾ ਨਾਲ, ਤੁਹਾਡੀ ਵਜ੍ਹਾ ਨਾਲ ਕਿਸੇ ਦੀ ਜਾਨ ਚਲੀ ਜਾਂਦੀ ਆ, ਉਹਨੂੰ ਕਹਿੰਦੇ ਨੇ ਓਮੀਚੀਡੀਓ, ਕਿਸੇ ਦੀ ਹੱਤਿਆ ਕਰਨੀ, ਕਿਸੇ ਨੂੰ ਮਾਰ ਦੇਣਾ।
ਉਦੋਂ ਤੁਹਾਡੇ ਤੇ ਪੈਨਾਲੇ ਲੱਗੇਗੀ। ਨੰਬਰ 2 ਹੈ ਲੈਜ਼ੀਓਨੀ ਗ੍ਰਾਵੀ। ਲੈਜ਼ੀਓਨੀ ਹੁੰਦੀਆਂ ਸੱਟਾਂ ਲੱਗਣੀਆਂ, ਚੋਟ ਲੱਗਣੀ। ਗ੍ਰਾਵੀ ਮਤਲਬ ਹੁੰਦਾ ਗੰਭੀਰ ਚੋਟ ਲੱਗਣੀ ਜਾਂ ਡੂੰਘੀਆਂ ਸੱਟਾਂ ਲੱਗਣੀਆਂ, ਜਿਵੇਂ ਹੱਥ ਟੁੱਟ ਜਾਣਾ, ਲੱਤ ਟੁੱਟ ਜਾਣੀ, ਧੌਣ। ਸਰੀਰਕ ਨੁਕਸਾਨ ਜਦ ਜ਼ਿਆਦਾ ਹੋ ਜੇ, ਜਦ ਸਰੀਰਕ ਨੁਕਸਾਨ ਗੰਭੀਰ ਯਾਨੀ ਕਿ ਜ਼ਿਆਦਾ ਹੋ ਜੇ, ਜ਼ਿਆਦਾ ਨੂੰ ਕਹਿੰਦੇ ਨੇ ਗ੍ਰਾਵੀ। ਸੋ ਲੈਜ਼ੀਓਨੀ ਗ੍ਰਾਵੀ, ਜ਼ਿਆਦਾ ਨੁਕਸਾਨ ਹੋਣ ਤੇ ਤੁਹਾਡੇ ਤੇ ਪੈਨਾਲੇ ਲੱਗ ਸਕਦੀ ਆ। ਉਸ ਤੋਂ ਬਾਅਦ ਆਉਂਦਾ ਹੈ ਕੋਡੀਚੇ ਪੈਨਾਲੇ। ਕੋਡੀਚੇ ਪੈਨਾਲੇ ਮਤਲਬ ਜੱਜ ਦੁਆਰਾ ਇੱਕ ਪੂਰੀ ਦੀ ਪੂਰੀ ਲਿਸਟ ਹੁੰਦੀ ਹੈ, ਜਿੰਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਵੀ ਇਹ ਸਾਰੇ ਜੋ ਤੁਸੀਂ ਜੁਰਮ ਕੀਤਾ ਹੈ, ਕਾਨੂੰਨ ਤੋੜੇ ਨੇ, ਅਪਰਾਧ ਕੀਤਾ ਹੈ, ਇਹ ਕੋਡੀਚੇ ਪੈਨਾਲੇ ਦੇ ਹਿਸਾਬ ਨਾਲ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ। ਸੋ ਸਵਾਲਾਂ ਵਿੱਚ ਤੁਹਾਨੂੰ ਲਿਖਿਆ ਆ ਸਕਦਾ ਹੈ ਓਮੀਚੀਡੀਓ, ਕਿਸੇ ਨੂੰ ਮਾਰ ਦੇਣਾ, ਲੈਜ਼ੀਓਨੀ ਗ੍ਰਾਵੀ, ਕਿਸੇ ਨੂੰ ਗੰਭੀਰ ਸੱਟਾਂ ਮਾਰਨੀਆਂ, ਜ਼ਿਆਦਾ ਨੁਕਸਾਨ ਸਰੀਰਕ ਪਹੁੰਚਾਉਣਾ, ਪਲੱਸ ਕੋਡੀਚੇ ਪੈਨਾਲੇ। ਪੈਨਲ ਕੋਡ ਦੇ ਆਧਾਰ ਤੇ, ਪੈਨਲ ਕੋਡ ਦੇ ਹਿਸਾਬ ਨਾਲ ਜਦ ਤੁਹਾਨੂੰ ਜੱਜ ਕਹੇਗਾ ਵੀ ਸਾਡੇ ਕੋਲ ਇੱਕ ਲੰਬੀ ਲਿਸਟ ਹੈ, ਉਹਦੇ ਵਿੱਚ ਅਗਰ ਤੁਸੀਂ ਇਹ ਗੁਨਾਹ ਕਰਦੇ ਹੋ, ਸਾਰੇ ਪੈਨਲ ਚਾਹੁੰਦੇ ਨੇ, ਸੋ ਤੁਹਾਨੂੰ ਉਸ ਦੇ ਹਿਸਾਬ ਤੇ ਵੀ ਪੈਨਾਲੇ ਲੱਗ ਸਕਦੀ ਆ। ਕਿਉਂਕਿ ਹੋ ਸਕਦਾ ਉਂਗਲ ਟੁੱਟੇ ਦੀ ਸਜ਼ਾ ਕੁਝ ਹੋਰ ਹੋਵੇ, ਹੱਥ ਟੁੱਟੇ ਦੀ ਕੁਝ ਹੋਰ ਹੋਵੇ, ਗਰਦਨ ਟੁੱਟੇ ਦੀ ਕੁਝ ਹੋਰ ਹੋਵੇ। ਸੋ ਪੈਨਾਲੇ ਕਈ ਤਰੀਕੇ ਦੀ ਲੱਗ ਸਕਦੀਆਂ ਨੇ। ਉਹ ਸਾਰੇ ਜਿਹੜੇ ਕੋਡ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕੋਡੀਚੇ ਪੈਨਾਲੇ। ਹੁਣ ਆਪਾਂ ਦੇਖਦੇ ਹਾਂ ਕਦੋਂ ਪੈਨਾਲੇ ਤੋਂ ਆਪਾਂ ਬਚ ਸਕਦੇ ਹਾਂ, ਜੋ ਤੁਹਾਨੂੰ ਸਵਾਲਾਂ ਵਿੱਚ ਵੀ ਪੁੱਛਿਆ ਜਾਏਗਾ। ਪਹਿਲੀ ਗੱਲ ਤੇ ਤੁਹਾਨੂੰ ਪਤਾ ਲੱਗ ਗਿਆ ਪੈਨਾਲੇ ਲੱਗਦੀ ਕਦੋਂ ਆ, ਮਾਰ ਦੇਣਾ, ਸੱਟਾਂ ਲੱਗ ਜਾਣੀਆਂ ਜਾਂ ਕੋਡੀਚੇ ਪੈਨਾਲੇ ਦੇ ਹਿਸਾਬ ਤੇ। ਕਦੋਂ ਤੁਹਾਡੇ ਤੇ ਪੈਨਾਲੇ ਨਹੀਂ ਲੱਗੇਗੀ? ਨੰਬਰ 1, ਜਦੋਂ ਨੁਕਸਾਨ ਸਿਰਫ ਸਮਾਨ ਨੂੰ ਕਰੋ, ਦਾਨੀ ਸੋਲੋ ਵਾਲੇ ਕੌਜ਼ੇ। ਤੁਹਾਡੀ ਗੱਡੀ ਕਿਸੇ ਹੋਰ ਦੀ ਗੱਡੀ 'ਚ ਟੱਕਰ ਲੱਗੀ ਹੈ, ਤੁਸੀਂ ਸਿਰਫ ਉਸ ਦੀ ਗੱਡੀ ਨੂੰ ਹੀ ਨੁਕਸਾਨ ਕੀਤਾ ਹੈ, ਯਾਨੀ ਕਿ ਉਹਦੀ ਗੱਡੀ ਹੀ ਟੁੱਟੀ ਆ, ਉਹਦੀ ਗੱਡੀ ਹੀ ਭੱਜੀ ਆ, ਫਿਰ ਤੁਹਾਡੇ ਤੇ ਪੈਨਾਲੇ ਨਹੀਂ ਲਗਾਉਣਗੇ, ਕਿਉਂਕਿ ਸਿਰਫ ਸਮਾਨ ਦਾ ਨੁਕਸਾਨ ਹੋਇਆ। ਸੋ ਇਸ ਕਲੂਜ਼ਾ ਦਾ ਮਤਲਬ ਹੁੰਦਾ ਜਦ ਤੁਸੀਂ ਬਚ ਸਕਦੇ ਹੋ ਪੈਨਾਲੇ ਲੱਗਣ ਤੋਂ। ਫੋਰਸਾ ਮਜੋਰੇ। ਫੋਰਸਾ ਮਜੋਰੇ ਹੁੰਦਾ ਜਦ ਕੁਦਰਤੀ ਆਫਤ ਆ ਜੇ, ਜੋ ਤੁਸੀਂ ਨਹੀਂ ਚਾਹੁੰਦੇ ਸੀ ਕਰਨਾ, ਲੇਕਿਨ ਕਿਸੇ ਕੁਦਰਤੀ ਆਫਤ ਕਰਕੇ ਉਹ ਘਟਨਾ ਵਾਪਰ ਗਈ ਹੈ। ਵਕੀਲ ਤੁਹਾਡੇ ਨੇ ਸਾਬਿਤ ਕਰਤਾ ਵੀ ਇਹਦੇ 'ਚ ਤੁਹਾਡਾ ਕੋਈ ਕਸੂਰ ਨਹੀਂ ਸੀਗਾ, ਇਹ ਕੁਦਰਤੀ ਆਫਤ ਹੈ, ਉਦੋਂ ਵੀ ਤੁਹਾਡੇ ਤੇ ਪੈਨਾਲੇ ਨਹੀਂ ਲੱਗਦੀ। ਹੁਣ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ, ਉੱਥੇ ਇੱਕਦਮ ਭੁਚਾਲ ਆ ਗਿਆ, ਤੁਹਾਡੀ ਗੱਡੀ ਤੁਹਾਡੇ ਹੱਥੋਂ ਆਊਟ ਆਫ ਕੰਟਰੋਲ ਹੋ ਕੇ ਕਿਸੇ ਨੂੰ ਤੁਸੀਂ ਨੁਕਸਾਨ ਦੇ ਦਿੱਤਾ ਆ। ਜੇ ਉਹ ਕੁਦਰਤੀ ਆਫਤ ਹੈ ਜਾਂ ਜੋ ਮਜਬੂਰੀ ਦੇ ਕਾਰਨ ਹੋ ਗਿਆ, ਤੁਸੀਂ ਨਹੀਂ ਕਰਨਾ ਚਾਹੁੰਦੇ ਸੀਗੇ, ਉਦੋਂ ਉਸ ਨੂੰ ਪੈਨਾਲੇ ਤੋਂ ਬਾਹਰ ਕੱਢਿਆ ਜਾ ਸਕਦਾ ਹੈ, ਯਾਨੀ ਕਿ ਪੈਨਾਲੇ ਤੋਂ ਬਚ ਸਕਦਾ ਆ। ਨੰਬਰ 3 ਤੇ ਲਾਸਟ ਪੁਆਇੰਟ ਹੈ ਨੋਨ ਰਿਆਤੋ। ਰਿਆਤੋ ਦਾ ਮਤਲਬ ਹੁੰਦਾ ਹੈ ਜੁਰਮ। ਜਦ ਜੱਜ ਦੇ ਸਾਹਮਣੇ ਤੁਹਾਡਾ ਵਕੀਲ ਇਹ ਸਾਬਿਤ ਕਰ ਦਵੇ ਕਿ ਜੋ ਉਸ ਐਕਸੀਡੈਂਟ ਵਿੱਚ ਹੋਇਆ ਏ ਜਾਂ ਜੋ ਘਟਨਾ ਵਾਪਰੀ ਹੈ ਉਹ ਕੋਈ ਜੁਰਮ ਨਹੀਂ ਕੀਤਾ, ਉਹ ਕੋਈ ਜਾਣ ਬੁੱਝ ਕੇ ਨਹੀਂ ਕੀਤਾ, ਜਾਂ ਕੋਈ ਉਹ ਜੁਰਮ ਨਹੀਂ ਹੈਗਾ। ਰਿਆਤੋ ਮਤਲਬ ਹੁੰਦਾ ਜੁਰਮ। ਫਿਰ ਤੁਹਾਨੂੰ ਜੱਜ ਕਹੇਗਾ ਚਲੋ ਠੀਕ ਹੈ, ਤੁਹਾਨੂੰ ਪੈਨਾਲੇ ਤੋਂ ਆਪਾਂ ਬਾਹਰ ਕਰ ਦਿੰਦੇ ਹਾਂ। ਜੇ ਉਹ ਇੱਕ ਜੁਰਮ ਸਾਬਤ ਨਹੀਂ ਹੁੰਦਾ ਜੋ ਤੁਸੀਂ ਕੀਤਾ ਹੈ, ਫਿਰ ਤੁਸੀਂ ਪੈਨਾਲੇ ਤੋਂ ਬਚ ਸਕਦੇ ਹੋ।